ਪਿਛਲੀ ਵਾਰ ਲੰਗਰ ਤਾਂ ਤੁਸੀਂ ਲਾਇਆ ਸੀ। ਨਾ ਵਿੱਚ ਕਿਤੇ ਮਾਸਾ ਪਨੀਰ ਸਿੱਟਿਆ, ਨਾ ਵਿੱਚ ਹਰੀਆਂ ਲਾਚੀਆਂ, ਉਹ ਸਬਜ਼ੀ ਵਿੱਚ ਤਾਂ ਕੱਲੇ ਮਟਰ ਲੱਭੇ ਸੀ। ਹੋਰ ਕੀ, ਨਾ ਤੁਹਾਡੇ ਤੋਂ ਮਹਾਰਾਜ ਦੀ ਪਾਲਕੀ ਸਜਾਈ ਗਈ। ਖੈਰ ਛੱਡੋ, ਐਰ ਕੀ ਆਪਾਂ ਦੱਸਾਂਗੇ ਵੀ ਸੇਵਾ ਕਰੀਦੀ ਕਿਵੇਂ ਆ। ਔਕਾਤ ਵੇਖ ਕੇ ਗੱਲ ਕਰੀਦੀ ਚਾਚਾ, ਦਵਾਨੀ ਪੱਲੇ ਨਹੀਂ ਤੇ ਸੇਵਾ ਕਰਨੀ ਤੁਸੀਂ। ਠੰਡ ਰੱਖ ਕਾਕਾ। ਨਾਲੇ ਹਰ ਸਾਲ ਸੇਵਾ ਤੁਸੀਂ ਕਰਦੇ ਜੇ, ਇਹ ਵਾਰ ਆਪਾਂ ਕਰ ਲਾਂਗੇ। ਕੀ ਕਹ ਚੱਲੇ ਤੁਹਾਡਾ? ਤਾਇਆ ਕਰ ਲੈਨੇ ਆ ਫੈਸਲਾ ਤੇ ਹੋ ਗਿਆ ਪੁੱਤ। ਇਸ ਵਾਰ ਗੁਰਪੁਰਬ ਤੇ ਪਾਲਕੀ ਤੇ ਫੁੱਲਾਂ ਦੀ ਸੇਵਾ ਆਪਾਂ ਹੀ ਕਰਾਂਗੇ। ਐ ਕਿਵੇਂ ਕਰ ਲੋਗੇ ਸੇਵਾ ਤੁਸੀਂ? ਤੇ ਕਰਨੀ ਨਹੀਂ, ਬੜੀ ਔਕਾਤ ਕਰਦੇ ਹੋ। ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰ ਲਓ। ਤੁਹਾਡੇ ਵਰਗੇ ਗੁਰਦਾਰੇ ਪੱਖੇ ਚੜਾ ਕੇ ਥੱਲੇ ਮੋਟੇ ਅੱਖਾਂ 'ਚ ਆਪਣਾ ਨਾਂ ਲਿਖਾ ਲੈਂਦੇ ਆ। ਸੇਵਾ ਤੁਸੀਂ ਸਵਾਹ ਕਰਨੀ ਆ। ਚਾਚਾ ਬੈਠ ਤਾਇਆ, ਸੇਵਾ ਦੀ ਗੱਲ ਕਰਨ ਆਏ ਕਿ ਲੜਨ ਆਏ ਹੋ ਤੁਸੀਂ? ਉਹ ਤੁਸੀਂ ਤੇ ਗੁਰੂ ਦੀ ਸੇਵਾ ਹੱਥ ਢੇੜੀ ਕਰੀ ਜਾਂਦੇ ਹੋ। ਉਹ ਜੇ ਢੇੜੀ ਕਰਨੀ ਆ ਨਾ ਤੇ ਭਾਈ ਡੱਲੇ ਨੂੰ ਪੁੱਛੋ ਕਿ ਗੁਰੂ ਅੱਗੇ ਕਿਵੇਂ ਖੜੀਦਾ। ਮੇਰੇ ਦਾਦੇ ਨੇ ਇੱਕ ਵਾਰ ਮੈਨੂੰ ਇੱਕ ਗੱਲ ਸੁਣਾਈ ਸੀ। ਆਂਦੇ ਗੁਰੂ ਸਾਹਿਬ ਦਾ ਦਰਬਾਰ ਲੱਗਾ ਸੀ ਤੇ ਭਾਈ ਡੱਲਾ ਹੰਕਾਰ ਵਿੱਚ ਆ ਕੇ ਗੁਰੂ ਸਾਹਿਬ ਨੂੰ ਕਹਿਣ ਲੱਗਾ, ਮਹਾਰਾਜ ਤੁਹਾਨੂੰ ਇੰਨੀ ਵੱਡੀ ਬਿਪਤਾ ਜੋ ਪੈ ਗਈ, ਤੁਸੀਂ 8 ਮਹੀਨੇ ਉੱਥੇ ਘੇਰੇ 'ਚ ਘਿਰੇ ਰਹੇ ਜੇ, ਆਪਣੇ ਪੁੱਤ ਸ਼ਹੀਦ ਕਰਵਾ ਕੇ ਆ ਗਏ ਜੇ। ਮਹਾਰਾਜ ਕਿਤੇ ਮੈਨੂੰ ਸੱਦ ਲੈਂਦੇ, ਕੋਈ ਬੰਦਾ ਘੱਲ ਦੇ ਕੇ ਜਾਓ ਡੱਲੇ ਨੂੰ ਸੱਦੋ। ਮਹਾਰਾਜ ਮੇਰੇ 500 ਜੰਗੀ ਜਵਾਨ ਜਿਹੜੇ ਵੱਡੇ ਵੱਡੇ ਗਤਕੇ ਦੇ ਮਾਰ, ਮੈਂ ਫੌਜਾਂ ਲੈ ਕੇ ਆਉਂਦਾ ਤੇ ਦੁਸ਼ਮਣ ਨੂੰ ਭਾਜਣਾ ਪਾ ਦਿੰਦਾ। ਭਾਈ ਡੱਲੇ ਅੰਦਰ ਭਾਵਨਾ ਤਾਂ ਹੈਗੀ ਸੀ ਸੇਵਾ ਕਰਨ ਦੀ, ਪਰ ਸੇਵਾ ਅੰਦਰ ਹੋਮੇ ਲੁਕੀ ਸੀ। ਉਹਨੇ ਇਹ ਨਹੀਂ ਸੋਚਿਆ ਉਹ ਖੜਾ ਕਿੱਥੇ ਆ ਤੇ ਗੱਲਾਂ ਕੀ ਕਰਨ ਡਿਆ। ਪਿੱਛੇ ਕੋਈ ਸਿੰਘ ਬੈਠੇ ਸੀ ਵਿਚਾਰੇ, ਸਰੀਰੋਂ ਵੀ ਮਾੜੇ, ਕਈਆਂ ਦੇ ਕੱਪੜੇ ਵੀ ਪਾਟੇ, ਜ਼ਖਮ ਵੀ ਤਾਜੇ। ਭਾਈ ਡੱਲਾ ਉਹਨਾਂ ਵੱਲ ਵੇਖ ਕੇ ਹੱਸ ਪਿਆ ਤੇ ਕਹਿਣ ਲੱਗਾ, ਮਹਾਰਾਜ ਤੁਸੀਂ ਮੱਥਾ ਤਾਂ ਲਾ ਲਿਆ ਔਰੰਗਜ਼ੇਬ ਨਾਲ, ਪਰ ਤੁਸੀਂ ਆਪਣੀ ਫੌਜ ਦਾ ਖਿਆਲ ਹੀ ਨਹੀਂ ਕੀਤਾ। ਕਿਆ ਲੜਨਗੇ ਔਰੰਗਜ਼ੇਬ ਨਾਲ? ਤੁਸੀਂ ਮਹਾਰਾਜ ਆਪਣੀ ਫੌਜ ਵੱਲ ਧਿਆਨ ਹੀ ਨਹੀਂ ਦਿੱਤਾ। ਮਹਾਰਾਜ ਨੇ ਵੇਖਿਆ ਕਿ ਇਹਨੇ ਮੇਰੇ ਸਿੱਖਾਂ ਦੀ ਤੋਹੀਨ ਕਰਤੀ, ਇਹਨੇ ਮੇਰੇ ਸਿੱਖਾਂ ਨੂੰ ਮਖੌਲ ਕੀਤਾ। ਅੱਜ ਇਹਨੂੰ ਇਹਦੀਆਂ ਅੱਖਾਂ ਸਾਹਮਣੇ ਵਿਖਾਲ ਕੇ ਭੇਜਣਾ ਕਿ ਸਿੱਖ ਆਂਦੇ ਕਿਹਨੂੰ ਆ। ਰੁਕੋ। ਹਾਂਜੀ ਮਹਾਰਾਜ ਨੂੰ ਆ ਛੋਟਾ ਜਿਹਾ ਤੋਹਫਾ ਭੇਟ ਕਰਨਾ ਸੀ। ਸੁਣਿਆ ਮਹਾਰਾਜ ਸ਼ਸਤਰਾਂ ਨੂੰ ਬੜਾ ਪਿਆਰ ਕਰਦੇ ਨੇ। ਆਓ। ਮਹਾਰਾਜ ਤੁਸੀਂ ਮੈਨੂੰ ਇੱਕ ਵਾਰ ਯਾਦ ਤਾਂ ਕਰਦੇ, ਤੁਹਾਡੇ ਪਰਿਵਾਰ ਦਾ ਵਿਛੋੜਾ ਹੀ ਨਾ ਪੈਂਦਾ ਜੇ ਮੈਂ ਤੇ ਮੇਰੇ ਜਵਾਨ ਪਹੁੰਚ ਜਾਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਲਾਹੌਰ ਤੋਂ ਆਏ ਆ ਛੋਟੀ ਜੀ ਸੌਗਾਤ ਭੇਟ ਕਰਨੀ ਸੀ। ਪ੍ਰਵਾਨ ਕਰੋ ਮਹਾਰਾਜ। ਮਹਾਰਾਜ ਨੇ ਬੰਦੂਕ ਵੇਖੀ ਤੇ ਕਹਿਣ ਲੱਗੇ, ਡੱਲਿਆ ਬੰਦੂਕ ਤੇ ਬੜੀ ਸੋਹਣੀ ਲੱਗਣ ਦੀ ਏ, ਵੇਖੀਏ ਭਲਾ ਬੰਦਾ ਮਾਰਦੀ ਆ ਕਿ ਐਵੇਂ ਹੀ ਏ। ਬੰਦਾ ਛੱਡੇਗੀ? ਮਹਾਰਾਜ ਬੰਦੂਕ ਆਏ। ਮਹਾਰਾਜ ਕਹਿੰਦੇ ਨਹੀਂ, ਸ਼ਸਤਰ ਪਰਖ ਕੇ ਰੱਖਣਾ ਚਾਹੀਦਾ, ਮੌਕੇ ਤੇ ਧੋਖਾ ਨਾ ਦੇ ਜੇ ਕਿਤੇ। ਜ਼ਰੂਰ ਪਰਖੋ ਮਹਾਰਾਜ। ਸਤਿਗੁਰ ਕਹਿਣ ਲੱਗੇ, ਡੱਲਿਆ ਤੂੰ ਬੜਾ ਬਹਾਦਰ, ਤੇਰੇ ਜੰਗੀ ਯੋਧੇ ਬੜੇ ਬਹਾਦਰ, ਤੂੰ ਸੇਵਾ ਵਾਸਤੇ ਬੜਾ ਕਾਲਾ ਪੈ ਰਿਹਾ ਸਾਂ। ਲਿਆ ਕੋਈ ਆਪਣਾ ਜਰਨੈਲ, ਬੰਦੂਕ ਸਾਹਮਣੇ ਖੜਾ ਕਰ ਲਿਆ ਕੇ। ਅਸੀਂ ਆ ਬੰਦੂਕ ਚਲਾ ਕੇ ਵੇਖਣੀ ਆ ਕਿ ਬੰਦੇ ਵਿੱਚੋਂ ਦੀ ਗੋਲੀ ਨਿਕਲਦੀ ਆ ਕਿ ਨਹੀਂ ਨਿਕਲਦੀ। ਭਾਈ ਡੱਲੇ ਨੇ ਪਹਿਲੀ ਵਾਰੀ ਸੁਣਿਆ ਤੇ ਕੰਬਣ ਲੱਗ ਪਿਆ। ਗੁਰੂ ਸਿੱਖਾਂ ਤੇ ਪਰਚਾ ਹੀ ਉਹ ਪਾ ਦਿੰਦਾ ਜਿਹੜਾ ਕਦੇ ਕਿਸੇ ਨੇ ਵੇਖਿਆ ਹੀ ਨਹੀਂ ਹੁੰਦਾ ਤੇ ਫੇਰ ਉਹਦੇ ਵਿੱਚੋਂ ਦੀ ਲੰਘਣਾ ਹੁੰਦਾ। ਭਾਈ ਡੱਲੇ ਦੇ ਪੈਰਾਂ ਹੇਠ ਜ਼ਮੀਨ ਨਿਕਲ ਗਈ, ਸਾਹ ਟੰਗੇ ਦੇ ਟੰਗੇ ਰਹਿ ਗਏ ਤੇ ਕੰਬਦੇ ਕਹਿਣ ਲੱਗਾ, ਬੰਦਾ ਕਾਹਦੇ ਵਾਸਤੇ ਮਹਾਰਾਜ? ਮਹਾਰਾਜ ਕਹਿੰਦੇ ਹੋਰੇ ਬੰਦੂਕਾਂ ਵੇਖਣਾ ਤੇ ਹੁੰਦੀਆਂ, ਉਹ ਹਥਿਆਰਾਂ ਨਾਲ ਬੰਦੇ ਪਰਖੀਦੇ ਆ, ਸ਼ਿਕਾਰ ਕਰੀਦੇ ਆ। ਉਹ ਇਹ ਕੋਈ ਖਿਡੌਣੇ ਥੋੜੀ ਆ। ਉਹ ਜੇ ਅੱਜ ਨਾ ਪਰਖ ਕੀਤੀ ਤਾਂ ਕੱਲ ਨੂੰ ਕਿਵੇਂ ਪਤਾ ਲੱਗੂ ਕਿ ਜੰਗ ਵਿੱਚ ਕੀ ਕਰਦੀ ਆ। ਜਾ ਜਲਦੀ ਜਾ, ਲਿਆ ਕੋਈ ਆਪਣਾ ਜਵਾਨ। ਮਹਾਰਾਜ ਕੋਈ ਪੀਪਾ ਪੂਪਾ ਖੜਾ ਕਰ ਦਿੰਦੇ ਆ, ਤੁਸੀਂ ਬੰਦੂਕ ਹੀ ਪਰਖਣੀ ਆ? ਮਹਾਰਾਜ ਕਹਿੰਦੇ ਨਹੀਂ, ਅਸੀਂ ਨਿਸ਼ਾਨੇ ਪੀਪਿਆਂ ਤੇ ਨਹੀਂ ਪਰਖਦੇ,
ਜਿਉਂਦਾ ਬੰਦਾ ਸਾਨੂੰ ਚਾਹੀਦਾ, ਸਾਡੀਆਂ ਆਦਤਾਂ ਕੁਝ ਹੋਰ ਆ। ਠੀਕ ਆ ਮਹਾਰਾਜ, ਮੈਂ ਕਰਦਾ ਪਤਾ, ਜਾਨਾ ਆਪਣੇ ਜਵਾਨਾਂ ਕੋਲ। ਉਹ ਤੇਗੇ ਨੂੰ ਧਾਰ ਧੂਰ ਲਾ ਕੇ ਰੱਖਿਆ ਕਰੋ, ਤੁਹਾਨੂੰ ਕਿੰਨੀ ਵਾਰੀ ਕਿਹਾ ਨੂੰ ਤਿੱਖਾ ਕਰਕੇ ਰੱਖਿਆ ਕਰੋ। ਜਵਾਨੋ, ਉਹ ਜਵਾਨੋ, जी जनाब। जनाब ਜਨਾਬ ਤੁਸੀਂ ਮੇਰੇ ਜੰਗੀ ਯੋਧੇ ਜਰਨੈਲ ਬਹਾਦਰ, ਤੁਸੀਂ ਮੇਰੇ ਇੱਕ ਇਸ਼ਾਰੇ ਦੇ ਜੰਗੇ ਮੈਦਾਨ 'ਚ ਬੜੀ ਬਹਾਦਰੀ ਨਾਲ ਦੁਸ਼ਮਣ ਦਾ ਟਾਕਰਾ ਕਰਦੇ ਰਹੇ ਜੇ। ਉਹ ਮੈਂ ਤੁਹਾਨੂੰ ਬੜੀਆਂ ਬੜੀਆਂ ਤਨਖਾਹਾਂ ਦਿੰਦਾ ਰਿਹਾ ਵਾਂ। ਤੁਸੀਂ ਸਾਰੀ ਉਮਰ ਮੇਰੀ ਨੌਕਰੀ ਕੀਤੀ ਹੈ, ਪਰ ਅੱਜ ਮੈਨੂੰ ਇੱਕ ਬੰਦਾ ਚਾਹੀਦਾ ਏ। बंदा ਬੰਦਾ ਕਰ ਲਈ ਜਨਾਬ। ਮਹਾਰਾਜ ਨੂੰ ਕਿਸੇ ਨੇ ਬੰਦੂਕ ਭੇਟ ਕੀਤੀ ਏ। ਮਹਾਰਾਜ ਕਹਿੰਦੇ ਕਿ ਬੰਦੂਕ ਪਰ ਕੇ ਵੇਖਣੀ ਕਿ ਬੰਦੇ ਵਿੱਚੋਂ ਗੋਲੀ ਨਿਕਲਦੀ ਕਿ ਨਹੀਂ। की कह रहे हो जनाब? बंदूक सामने खलो किस तरह जान कौन देवेगा जनाब? ਜੰਗ ਦੇ ਮੈਦਾਨ ਦੇ ਵਿੱਚ ਲੜਕੇ ਤਾਂ ਮਰ ਜਾਣਾ ਕੁਝ ਹੋਰ ਗੱਲ ਆ, ਪਰ ਇਦਾਂ ਬੰਦੂਕ ਸਾਹਮਣੇ ਕੌਣ ਖਲੋਏਗਾ? ਵਾਹ ਭਾਈ ਤੁਹਾਡੀ ਨੌਕਰੀ ਜਨਾਬ, ਸਾਨੂੰ ਨਹੀਂ ਚਾਹੀਦੀਆਂ ਤੁਹਾਡੀਆਂ ਤਨਖਾਹਾਂ। ਉਹ ਜਵਾਨੋ, ना ना जनाब, ਉਹ ਰੁਕੋ ਜਵਾਨੋ, ਮੇਰੀ ਗੱਲ ਤਾਂ ਸੁਣੋ। ਹੱਦ ਹੋ ਗਈ। ਉਹ ਜਵਾਨੋ ਰੁਕੋ, ਜਵਾਨੋ ਉਹ ਰੁਕੋ ਜਵਾਨੋ। ਭਾਈ ਡੱਲਾ ਦਰਬਾਰ 'ਚ ਤੁਰਿਆ ਆਵੇ ਤੇ ਮਹਾਰਾਜ ਉਸ ਨੂੰ ਵੇਖ ਕੇ ਕਹਿਣ ਲੱਗੇ, ਉਹ ਡੱਲਿਆ ਸਾਡੀ ਬੰਦੂਕ ਕਿਤੇ ਠੰਡੀ ਨਾ ਪੈ ਜੇ, ਇਹ ਤੋਂ ਪਹਿਲਾਂ ਲਿਆ ਕੇ ਕਿਸੇ ਨੂੰ ਸਾਡੀ ਬੰਦੂਕ ਸਾਹਮਣੇ ਖੜਿਆ ਕਰ ਦੇ। ਮਹਾਰਾਜ ਉਹ ਤਾਂ ਸਾਰੇ ਮੁੱਕਰ ਗਏ। ਮਹਾਰਾਜ ਕਹਿਣ ਲੱਗੇ, ਉਹ ਤੂੰ ਤੇ ਕਹਿੰਦਾ ਸਾਂ ਜੇ ਮੈਨੂੰ ਚਮਕੌਰ ਦੀ ਗੜੀ ਵਿੱਚ ਯਾਦ ਕਰਦੇ ਤਾਂ ਮੈਂ ਦੁਸ਼ਮਣ ਦੇ ਛੱਕੇ ਛੁਡਾ ਦਿੰਦਾ, ਮੈਂ ਆਹ ਕਰ ਦਿੰਦਾ, ਮੈਂ ਉਹ ਕਰ ਦਿੰਦਾ। ਉਹ ਆ ਨੇ ਤੇਰੇ ਬੰਦੇ। ਮਹਾਰਾਜ ਕੀ ਕਰਾਂ, ਉਹ ਤਾਂ ਸਾਰੇ ਮੁੱਕਰ ਗਏ। ਮਹਾਰਾਜ ਕਹਿੰਦੇ, ਓਏ ਉਹ ਮੁੱਕਰੇ ਆ, ਤੂੰ ਤੇ ਨਹੀਂ ਨਾ ਮੁੱਕਰਿਆ। ਬੰਦੂਕ ਸਾਹਮਣੇ ਤੂੰ ਖਲੋ ਜਾ, ਗੋਲੀ ਤੇਰੇ ਮਾਰ ਕੇ ਵੇਖ ਲੈਨੇ ਆ। ਵੈਸੇ ਵੀ ਬੰਦੂਕ ਫੌਜ ਤੇ ਫੌਜ ਦੇ ਸਰਦਾਰ ਵਿੱਚ ਫਰਕ ਨਹੀਂ ਸਮਝਦੀ। ਮਹਾਰਾਜ ਮਰਨੋਂ ਮੇਰਾ ਵੀ ਜੀ ਨਹੀਂ ਜੇ ਕਰਦਾ, ਅਜੇ ਜਾਨ ਬੜੀ ਪਿਆਰੀ ਲੱਗਦੀ ਜੇ। ਸਤਿਗੁਰ ਕਹਿਣ ਲੱਗੇ, ਫਿਰ ਉਹ ਪਿੱਛੇ ਹੋ ਕੇ ਬਹਿ ਜਾ, ਤੈਨੂੰ ਅਜੇ ਜੋੜੇ ਝਾੜਨ ਦੀ ਲੋੜ ਆ। ਸਿੱਖਾਂ ਨੂੰ ਵੇਖ ਕੇ ਐਵੇਂ ਮਖੌਲ ਨਹੀਂ ਕਰੀਦਾ। ਉਹ ਤੈਨੂੰ ਪਤਾ ਨਹੀਂ ਨਾ ਪਾਟੇ ਕੱਪੜਿਆਂ ਵਿੱਚ ਕੀ ਆ। ਉਹ ਜੇ ਵੇਖਣਾ ਆ ਤੇ ਬਾਹਰ ਜਾ, ਸਿੰਘਾਂ ਦਾ ਇੱਕ ਛੋਣਾ ਹੀ। ਕਿਸੇ ਇੱਕ ਨੂੰ ਕਹੀ ਕਿ ਗੁਰੂ ਗੋਬਿੰਦ ਸਿੰਘ ਨੇ ਬੰਦੂਕ ਪਰਖਣੀ ਆ, ਤੇ ਉਸ ਤੋਂ ਬਾਅਦ ਤੂੰ ਆਪਣੀ ਅੱਖਾਂ ਨਾਲ ਸਭ ਕੁਝ ਆਪ ਵੇਖ ਲਈ। ਉਹ ਜੇ ਮੇਰੇ ਇੰਨੇ ਵੱਡੇ ਵੱਡੇ ਜਵਾਨ ਬੰਦੂਕ ਸਾਹਮਣੇ ਖੜਨ ਤੋਂ ਮਨਾ ਕਰ ਗਏ, ਤੇ ਆਹ ਗੁਰੂ ਦੇ ਸਿੰਘ ਉਹ ਵੀ ਇੰਨੇ ਕਮਜ਼ੋਰ, ਇਹ ਭਲਾ ਬੰਦੂਕ ਸਾਹਮਣੇ ਕਿਵੇਂ ਖੜਨਗੇ? ਲੱਗਦਾ ਗੁਰੂ ਸਾਹਿਬ ਨੂੰ ਆਪਣੇ ਸਿੰਘਾਂ ਤੇ ਕੋਈ ਜ਼ਿਆਦਾ ਹੀ ਮਾਣ ਆ। ਚਲੋ ਪੁੱਛਣ 'ਚ ਕੀ ਹਰਜ। ਉਹ ਸਿੰਘੋ, ਗੁਰੂ ਸਾਹਿਬ ਨੂੰ ਕਿਸੇ ਨੇ ਬੰਦੂਕ ਭੇਟ ਕੀਤੀ ਆ, ਮਹਾਰਾਜ ਨੇ ਬੰਦੂਕ ਪਰਖਣੀ ਆ। ਉਹਨਾਂ ਨੇ ਕਿਸੇ ਇੱਕ ਸਿੱਖ ਨੂੰ ਦਰਬਾਰ 'ਚ ਬੁਲਾਇਆ, ਕਹਿੰਦੇ ਗੋਲੀ ਮਾਰ ਕੇ ਵੇਖਣੀ ਆ।
ਤੁਸੀਂ ਪਿੱਛੇ ਹੋ। ਉਹ ਪਿੱਛੇ ਹੋ, ਪਹਿਲਾਂ ਆਵਾਜ਼ ਮੈਂ ਸੁਣੀ ਸੀ। ਮਹਾਰਾਜ ਪਹਿਲਾਂ ਗੋਲੀ ਮੇਰੇ ਵੱਜਣੀ ਤੁਹਾਡੇ ਚਾਹੀਦੀ ਤੋਂ ਆ। ਪਹਿਲਾਂ ਇੱਥੇ ਮੈਂ ਪਹੁੰਚਿਆ। ਗੁਰੂ ਸਾਹਿਬ ਦਾ ਨਿਸ਼ਾਨਾ ਪਹਿਲਾਂ ਮੇਰੇ ਵੱਜਣਾ ਚਾਹੀਦਾ। ਮੈਂ ਵੱਡਾ ਮਹਾਰਾਜ, ਪਹਿਲਾਂ ਗੋਲੀ ਮੇਰੇ ਵੱਜਣੀ ਚਾਹੀਦੀ ਤੁਸੀਂ ਆ। ਪਿੱਛੇ ਹੋ। ਹੋ ਪਿੱਛੇ ਹੋ ਮਹਾਰਾਜ, ਪਹਿਲਾਂ ਮੇਰੇ। ਉਹ ਸਿੰਘੋ ਲੜਦੇ ਕਿਉਂ? ਇਹ ਵੱਡਾ ਭਾਈ ਕਹਿੰਦਾ ਕਿ ਬੰਦੂਕ ਦਾ ਨਿਸ਼ਾਨਾ ਪਹਿਲਾਂ ਮੈਂ ਬੰਨਾ, ਪਰ ਮਹਾਰਾਜ ਪਹਿਲਾਂ ਇੱਥੇ ਮੈਂ ਪਹੁੰਚਿਆ। ਤੁਸੀਂ ਗੋਲੀ ਮੇਰੇ ਮਾਰੋ। ਹੋ ਪਿੱਛੇ ਹੋ ਮਹਾਰਾਜ, ਪਹਿਲਾਂ ਮੇਰੇ। ਤੁਸੀਂ ਪਰੇ ਹੋਵੋ। ਤੂੰ ਪਰੇ ਹੋ। ਤੁਸੀਂ ਪਰੇ ਹੋਵੋ। ਹੋ ਪਿੱਛੇ ਹੋ ਤੂੰ। ਨਹੀਂ ਮੇਰੇ। ਇਹ ਕਿਹੜੀ ਮਿੱਟੀ ਦੇ ਬਣੇ ਹੋਏ ਤੁਸੀਂ ਨੇ? ਪਿੱਛੇ ਹੋ। ਹੋ ਪਿੱਛੇ ਹੋ, ਪਹਿਲਾਂ ਮੇਰੇ। ਪਿੱਛੇ ਹੋਵੋ। ਮਹਾਰਾਜ ਪਹਿਲਾਂ ਗੋਲੀ ਮੇਰੇ ਮਾਰੋ। ਪਹਿਲਾਂ ਮੇਰੇ ਮਾਰੋ। ਪਹਿਲਾਂ ਮੇਰੇ। ਪਿੱਛੇ ਹੋ ਮਹਾਰਾਜ ਮੇਰੇ। ਮਹਾਰਾਜ ਕਹਿੰਦੇ ਸਿੰਘੋ ਲੜੋ ਨਾ, ਤੁਹਾਡੇ ਦੋਵਾਂ ਦੇ ਬੰਦੂਕ ਪਰਖ ਲੈਨੇ ਆ। ਆਮੋ ਸਾਹਮਣੇ ਹੋ ਜਾਓ। ਮਹਾਰਾਜ ਕੋਈ ਗਲਤੀ ਹੋ ਗਈ, ਗੋਲੀ ਸਿੱਧੀ ਮਾਰ ਦਿੰਦੇ। ਮਹਾਰਾਜ ਉਹਦਾ ਪਤਾ ਨਹੀਂ ਕਿੰਨੇ ਕੁ ਜਨਮ ਲੱਗਣੇ ਸੀ। ਗੋਲੀ ਮਾਰ ਕੇ ਤੁਸੀਂ ਸਾਨੂੰ ਉਸੇ ਵਕਤ ਹੀ ਮੁਕਤ ਕਰ ਦੇਣਾ ਸੀ। ਮਹਾਰਾਜ ਕਹਿੰਦੇ ਨਹੀਂ ਸਿੰਘੋ, ਤੁਸੀਂ ਮੌਤ ਵਿੱਚੋਂ ਲੰਘ ਗਏ, ਤੁਸੀਂ ਮੁਕਤ ਜੇ। ਗੁਰੂ ਸਾਹਿਬ ਨੇ ਕਿਹਾ ਡੱਲਿਆ ਜਿਨ੍ਹਾਂ ਨੂੰ ਤੂੰ ਆਂਦਾ ਸਣਾ ਕਿ ਇਹ ਔਰੰਗਜ਼ੇਬ ਦਾ ਕੀ ਵਿਗਾੜਨਗੇ। ਡੱਲਿਆ ਇਹ ਉਹੀ ਨੇ ਜਿਨ੍ਹਾਂ ਦੀ ਗਿਣਤੀ ਚਮਕੌਰ ਦੀ ਗੜੀ ਵਿੱਚ 40 ਸੀ, ਜਿਨ੍ਹਾਂ ਨੇ ਠੰਡੀਆਂ ਰਾਤਾਂ ਵਿੱਚ ਭੁੱਖਣ ਭਾਣੇ ਰਹਿ ਕੇ ਵੀ ਮੇਰਾ ਸਾਥ ਨਹੀਂ ਸੀ ਛੱਡਿਆ। ਗੁਰੂ ਸਾਹਿਬ ਨੇ ਕਿਹਾ ਡੱਲਿਆ ਸਿੱਖਾਂ ਨੂੰ ਵੇਖ ਕੇ ਐਵੇਂ ਮਖੌਲ ਨਹੀਂ ਕਰੀਦਾ। ਤੇਰੇ ਅੰਦਰ ਭਾਵਨਾ ਤਾਂ ਹੈਗੀ ਸੇਵਾ ਕਰਨ ਦੀ, ਪਰ ਭਾਵਨਾ ਅੰਦਰ ਹੰਕਾਰ ਆ। ਚਾਚਾ ਤੁਹਾਡੇ ਅੰਦਰ ਵੀ ਸੇਵਾ ਕਰਨ ਦੀ ਫੀਲਿੰਗ ਆ, ਪਰ ਭਾਵਨਾ ਵਿੱਚ ਹੰਕਾਰ ਆ। ਹੁਣ ਤੁਸੀਂ ਵੇਖ ਲਓ, ਗੁਰੂ ਘਰ ਸੇਵਾ ਦਿਲੋਂ ਕਰਨੀ ਜਾਂ ਫਿਰ ਅੜੀ ਕਰਨੀ। ਚਲੋ ਤੁਸੀਂ ਕਰ ਲਿਓ। ਨਹੀਂ ਨਹੀਂ ਤੁਸੀਂ ਕਰ ਲਓ। ਐਤਕੀ ਸੇਵਾ ਤੁਸੀਂ ਕਰੋ, ਅਗਲੀ ਵਾਰੀ ਆਪਾਂ ਕਰ ਲਾਂਗੇ। ਕਹਿੰਦੇ ਯਾਰ ਕਾ ਤੁਸੀਂ ਸੇਵਾ ਕਰੋ। ਨਹੀਂ ਅਸੀਂ ਅਗਲੀ ਵਾਰੀ ਕਰ ਲਾਂਗੇ। ਨਹੀਂ ਕਰ ਲੋ ਸੇਵਾ ਯਾਰ ਕਾ ਮੌਕਾ ਮਿਲਿਆ। ਨਹੀਂ ਨਹੀਂ ਇਸ ਵਾਰੀ ਤੁਸੀਂ ਕਰੋ। ਉਹ ਤੁਸੀਂ ਕਰ ਲਓ, ਤੁਸੀਂ ਨਹੀਂ ਆਪਾਂ ਨਹੀਂ ਕਰ ਲਓ। ਜੇ ਥੋੜਾ ਜ਼ਿਆਦਾ ਹੀ ਮਾਨਣਾ ਤਾਂ ਤੁਸੀਂ ਕਰ ਲਓ। ਨਹੀਂ ਨਹੀਂ ਇਸ ਵਾਰੀ ਤੁਸੀਂ ਕਰੋ। ਨਹੀਂ ਤੁਸੀਂ ਕਰ ਲਓ, ਅਸੀਂ ਅਗਲੀ ਵਾਰੀ ਕਰ ਲਾਂਗੇ। ਤੁਸੀਂ ਨਾ ਆਪਾਂ ਨਹੀਂ। ਨਹੀਂ ਤੁਸੀਂ ਕਰੋ ਸੇਵਾ ਯਾਰ ਕਾ। ਹੈਡ ਐਕਸ਼ਨ। ਮੈਨੂੰ ਤਾਂ ਕਮਾਂਦਾ